हम मैली तुम उजल करते, हम निर्गुण तुम दाता। हम मूरख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन। निको ठाकुर दिसा, बेशुमार अथाह अगणित अतुल। ज्यों बुलावो त्यों नानक दास बोले। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਅਸ਼ਟਮ ਬਲਬੀਰਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਜੋ ਇਸ ਪਾਵਨ ਦਰਬਾਰ ਦਾ ਨੇਮ ਹੈ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਆਪ ਜੀ ਨੇ ਲੜੀਵਾਰ ਸ਼ਬਦ ਸਰਵਣ ਕੀਤਾ ਹੈ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ 169 ਤੇ 170 ਅੰਗ ਤੇ ਸੁਸ਼ੋਭਿਤ ਹੈ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਸ਼ਬਦ ਦੀ ਵਿਚਾਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪ ਰਹਿਮਤ ਮੇਰ ਕਰਕੇ ਕਰਾਉਣ। ਆਪ ਸੰਗਤ ਜਿੰਨੇ ਮੌਜੂਦ ਹੋ, ਜਿੰਨੇ ਆਪਣੇ ਆਪਣੇ ਘਰਾਂ ਕਾਰੋਬਾਰਾਂ ਵਿੱਚ ਬੈਠ ਕੇ ਇਸ ਪਾਵਨ ਦਰਬਾਰ ਦੇ ਦਰਸ਼ਨ ਕਰ ਰਹੇ ਹੋ, ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੀਸਰਾ ਰਾਗ ਹੈ ਔਰ ਦਿਨ ਦੇ ਚੌਥੇ ਪੈਰ ਇਹ ਗਾਉਣ ਦਾ ਇਹਦਾ ਸਮਾਂ ਹੈ। ਪੂਰਬੀ ਵੀ ਜਿਹੜਾ ਹੈ ਹਿੰਦੁਸਤਾਨ ਸੰਗੀਤ ਪਰੰਪਰਾ ਦਾ ਇੱਕ ਰਾਗ ਹੈ, ਰਾਗਣੀ ਰੂਪ ਦਾ, ਔਰ ਇਹ ਵੀ ਸੰਪੂਰਨ ਰਾਗਣੀ ਦਾ ਹੀ ਰੂਪ ਹੈ। ਪਰ ਨਿਰਮੂਲ ਪੂਰਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਆਇਆ। ਪੂਰਬੀ ਗੌੜੀ ਦੇ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦਰਜ ਕੀਤਾ ਹੈ, ਗੌੜੀ ਪੂਰਬੀ। ਇਹ ਦੋਨੋਂ ਹੀ, ਪਰ ਇੱਥੇ ਗੌੜੀ ਰਾਗ ਹੈ ਤੇ ਪੂਰਬੀ ਰਾਗਣੀ ਹੈ। ਸੋ ਗੌੜੀ ਕਈ ਤਰ੍ਹਾਂ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਬਚਨ ਹੈ, ਤੁਮ ਦਇਆਲ ਸਰਬ ਦੁਖ ਭੰਜਨ ਇੱਕ ਬਿਨਉ ਸੁਨੋ ਦੇ ਕਾਨੇ। ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਿਗੁਰ ਮੇਲ ਮੇਰਾ ਪ੍ਰਾਨੇ। ਇਹ ਪਹਿਲਾ ਪਦਾ ਹੈ ਤੇ ਰਹਾਉ ਦੀ ਤੁਕ ਆਪ ਜੀ ਨੇ ਸਰਵਣ ਕੀਤੀ ਹੈ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਦ ਅਸੁਧ ਮਤ ਹੋਤੇ ਗੁਰਮਤ ਗੁਰ ਕੈ ਬਚਨ ਹਰ ਹਮ ਜਾਣੇ। ਰਹਾਉ ਰਹਾਉ ਦੀ ਤੁਕ ਤੋਂ ਇਹ ਸਪਸ਼ਟ ਕੀਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਪੂਰਨ ਸਤਿਗੁਰ ਤੋਂ ਬਿਨਾਂ ਸਿੱਖ ਦੇ ਜੀਵਨ ਦੀ ਘਾਲਣਾ ਅਧੂਰੀ ਹੈ।
ਸਿੱਖ ਆਪਣੇ ਜੀਵਨ ਵਿੱਚ ਜਿੰਨਾ ਮਰਜ਼ੀ ਉਦਮ ਕਰੇ, ਜਿੰਨੀ ਮਰਜ਼ੀ ਬਾਣੀ ਦਾ ਜਾਪ ਕਰੇ, ਪਰ ਪੂਰਨ ਸਤਿਗੁਰ ਜੀ ਦੇ ਸਨਮੁਖ ਪੂਰਨ ਸ਼ਰਧਾ ਭਾਵਨਾ ਦੇ ਨਾਲ ਉਹਨੇ ਜੇ ਸਮਰਪਣ ਨਹੀਂ ਕੀਤਾ ਤੇ ਫਿਰ ਜੀਵਨ ਦੀ ਘਾਲਣਾ ਉਹਦੀ ਕੋਈ ਮੂਲ ਤੇ ਕੋਈ ਮਾਇਨੇ ਨਹੀਂ ਰੱਖਦੀ। ਔਰ ਸਿਉਂਕੀ ਕਲਵੀ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਇਸ ਪਾਵਨ ਸਥਾਨ ਤੋਂ ਬੜੀ ਕਮਾਲ ਦੀ ਇਹ ਵਾਰਤਾ ਦੱਸੀ ਕਿ ਬੰਦਾ 100 ਵਾਰੀ ਮੱਥਾ ਟੇਕ ਲੇ ਥਾਂ ਥਾਂ ਤੇ, ਜੇ ਅੰਦਰ ਹੀ ਨਹੀਂ ਝੁਕਿਆ ਤੇ ਫਿਰ ਉਹਦਾ ਮੱਥਾ ਇੱਕ ਥਾਂ ਤੇ ਵੀ ਨਹੀਂ ਟਿਕਿਆ। ਔਰ ਵਾਕਈ ਇਹ ਗੱਲ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਜੇ ਸਾਡਾ ਹਿਰਦਾ ਹੀ ਨਹੀਂ ਝੁਕਿਆ ਤੇ ਭਾਵੇਂ ਫਿਰ ਸਿਰਫ ਆਪਾਂ ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦਾ ਕੁਸੁੱਧਾ ਜਾਏ। ਸੱਚ ਤੇ ਇਹ ਹੈ ਕਿ ਇਸ ਸੀਸ ਦੇ ਝੁਕਾਉਣ ਦਾ ਕੀ ਫਾਇਦਾ ਜੇ ਸਤਿਗੁਰੂ ਨੂੰ ਪਾਰ ਬ੍ਰਹਮ ਪਰਮੇਸ਼ਵਰ ਪੁਰਖ ਦੇ ਤੁਲ ਨਹੀਂ ਮੰਨਿਆ ਅਸੀਂ। ਜੇ ਸਤਿਗੁਰ ਜੀ ਦੇ ਪੂਰਨ ਬਚਨ ਜਿਹੜੇ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ। ਇਹ ਵੱਖ ਵੱਖ ਪੜਿਓ ਜੀ, ਰਾਰੇ ਨੂੰ ਔਂਕੜ ਗੁਰ ਬਾਣੀ ਕਹੈ। ਜੋ ਸਤਿਗੁਰੂ ਨੇ ਬਾਣੀ ਰੂਪ ਉਪਦੇਸ਼ ਦੇ ਦਿੱਤਾ ਹੈ ਤੇ ਸਿੱਖ ਦੇ ਲਈ ਫਿਰ ਇਹਦੇ ਉੱਤੇ ਕੋਈ ਸ਼ੰਕਾ ਨਹੀਂ, ਕੋਈ ਪ੍ਰਸ਼ਨ ਨਹੀਂ, ਕਿਉਂ ਨਹੀਂ, ਕਿਵੇਂ ਨਹੀਂ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਜੇ ਮੰਨ ਲਿਆ ਪ੍ਰਤੱਖ ਗੁਰੂ ਨਿਸਤਾਰੇ, ਫਿਰ ਪ੍ਰਤੱਖ ਹਰ ਗੁਰੂ ਨੇ ਉਹਦਾ ਨਿਸਤਾਰਾ ਕਰਨਾ। ਜੇ ਨਹੀਂ ਮੰਨਿਆ ਤੇ ਫਿਰ ਉਹੀ ਗੱਲ ਕਿ ਅੰਦਰ ਦੀ ਭਾਵਨਾ ਕਿ ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹਛਾ ਨਾ। ਕਿੱਥੋਂ ਪਵਿੱਤਰ ਹੋ ਜਾਏਗਾ ਮਨ। ਸਤਿਗੁਰੂ ਗੁਰੂ ਰਾਮਦਾਸ ਜੀ ਅੱਜ ਗੁਰੂ ਦਰ ਤੇ ਆਉਣ ਵਾਲਿਆਂ ਨੂੰ ਜਾਚ ਸਿਖਾਉਂਦੇ ਨੇ ਕਿ ਗੁਰੂ ਕੋਲ ਆਉਣਾ ਕਿਵੇਂ ਹੈ। ਅੱਜ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰ ਤੇ ਸਤਿਗੁਰ ਜੀ ਦੀ ਸਰਦਲ ਦੀ ਧੂੜ ਮਸਤਕ ਤੇ ਲਾ ਰਹੇ ਹਾਂ। ਸਾਡੀਆਂ ਯਾਤਰਾਵਾਂ ਸਤਿਗੁਰ ਜੀ ਸਫਲ ਕਰਨ, ਵੱਡੇ ਭਾਗ ਨੇ ਇਹ, ਵੱਡੇ ਭਾਗ ਨੇ। ਭਾਗਾਂ ਤੋਂ ਬਿਨਾ ਨਹੀਂ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਆਉਣ ਦਾ ਜਿਹੜਾ ਨੇਮ ਹੈ ਨਾ, ਤੁਮ ਦਇਆਲ ਸਰਬ ਦੁੱਖ ਭੰਜਨ, ਇਹ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਤੇ ਆਖਿਆ ਜਾਂਦਾ ਹੈ, ਜਿਸ ਡਿਠੇ ਸਭ ਦੁੱਖ ਜਾਏ। ਇਸ ਤੋਂ ਵੱਡੀ ਕੋਈ ਇਸ ਧਰਤੀ ਤੇ ਐਸੀ ਰਹਿਮਤ ਵਰਤ ਰਹੀ ਹੈ ਤੇ ਦੱਸੋ ਭਾਈ, ਜਿਹੜੀ ਰਹਿਮਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਹੈ, ਜਿਹਦੇ ਬਾਬਤ ਸਤਿਗੁਰੂ ਨੇ ਆਖਿਆ ਕਿ ਦੀਦਾਰ ਕੀਤਿਆਂ ਹੀ ਦੁੱਖ ਜਾਂਦੇ ਨੇ। ਜੇ ਕੋਈ ਧਿਆਲੇ ਇੱਕ ਮਨ ਹੋ ਕੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ, ਦੁੱਖ ਦੂਰ ਹੁੰਦੇ ਨੇ। ਤੇ ਬਾਣੀ ਦਾ ਵੀ ਇਹੀ ਨੇਮ ਹੈ ਕਿ ਸਤਿਗੁਰ ਜੀ ਤੁਹਾਡਾ ਨਾਮ ਕੀ ਹੈ। ਤੇ ਸਤਿਗੁਰਾਂ ਨੇ ਇਹ ਦੱਸਿਆ ਕਿ ਪ੍ਰਭੂ ਦਾ ਨਾਮ ਦੁੱਖ ਭੰਜਨ ਤੇਰਾ ਨਾਮ ਜੀ। ਪ੍ਰਭੂ ਦਾ ਨਾਮ ਹੀ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਤੇ ਇਹਦਾ ਆਰਾਧਨਾ ਸਿੱਖ ਦੇ ਜੀਵਨ ਦੇ ਵਿੱਚ ਚੱਤੋ ਪੈਰ ਹੈ। 8 ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਤੇ ਫਿਰ ਜਿਸ ਹਿਰਦੇ ਵਿੱਚ ਇਹਦਾ ਆਰਾਧਨਾ ਹੈ ਉਹ ਵੀ ਦੱਸਿਆ, ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਨ। ਉਹ ਹਿਰਦਾ ਹੀ ਪਵਿੱਤਰ ਹੋ ਗਿਆ ਜਿਨੇ ਗੁਰੂ ਪਾਰ ਬ੍ਰਹਮ ਪਰਮੇਸ਼ਵਰ ਨੂੰ ਸਤ ਕਰਕੇ ਜਾਣ ਲਿਆ ਤੇ ਗੁਰੂ ਦੇ ਨਾਮ ਨੂੰ ਜਪ ਕੇ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲਈ। ਉਸ ਤੋਂ ਉੱਤੇ ਕੋਈ ਵਿਚਾਰ ਨਹੀਂ। ਇਸ ਕਰਕੇ ਵੀ ਭੱਟ ਸਾਹਿਬਾਨਾਂ ਨੇ ਕਿਹਾ ਸੀ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨੌ ਨਿਧ ਪਾਵੈ। ਸਭ ਕੁਝ ਹੈ ਗੁਰੂ ਦੇ ਸਿਮਰਨ ਵਿੱਚ। ਗੁਰੂ ਦੇ ਭਾਉ ਭਾਵਨੀ ਸ਼ਰਧਾ ਵਾਲੇ ਜੀਵਨ ਦੇ ਵਿੱਚ ਦੁੱਖਾਂ ਦਾ ਨਾਸ਼ ਹੈ। ਤੁਮ ਦਇਆਲ ਸਰਬ ਦੁੱਖ ਭੰਜਨ। ਤੇ ਫਿਰ ਅਗਲੀ ਗੱਲ ਜਿਹੜੀ ਹੈ, ਇੱਥੇ ਆ ਕੇ ਮੱਥਾ ਟੇਕ ਕੇ ਤੇ ਆਪਣੇ ਆਪ ਦਾ ਪ੍ਰਗਟਾਵਾ ਕਰਕੇ ਨਹੀਂ ਜਾਣਾ। ਇੱਥੇ ਆ ਕੇ ਸਤਿਗੁਰਾਂ ਨਾਲ ਗੱਲ ਕਰਨੀ ਹੈ। ਇਹ ਸਤਿਗੁਰੂ ਜਾਗਦਾ ਹੈ। ਇਹ ਬਚਨ ਹੈ ਭੂਲੀ ਮਾਲ ਨਹੀਂ ਹੈ, ਇਹੋ ਸਤਿਗੁਰ ਜਾਗਦਾ ਹੈ। ਇਹੋ ਬਈ ਕੋਈ ਸਮਝੇ ਇਸ ਗੱਲ ਨੂੰ।
पर ये मन भुलिया पिया कि शायद असी मत्था टेकता तो साड़ी आई हुई इत्थे हाज़री प्रवान हो गई। सतगुरु जी कहते सुनो, जद गुरु दे अगे आके नतमस्तक होए ते मन दे अंदरों एक ख्याल पैदा करियो, एक बिनो सुनोह दे काने। हुण सच्चे पातशाह तुहाडे कोल आए हां ते कन दे के मेरी गल भी सुनो, जिन्हों असी कहने हैं अरदास, जिन्हों असी कहने हैं गुरु नानक साहब जी का शब्द यख अर्ज गुफ्तम पेश दो दरगोश कुन करतार। सतगुरु गुरु नानक साहब कहते मेरे वाहिगुरु कन दे, मैं तेरे अगे एक गुफ्तम एक दिल की गल रखनी चाहना। यक का मतलब होंदा है एक, यख अर्ज, अर्ज का मतलब होंदा है कहना, गुफ्तम का मतलब बोल के। पेश तौ दरगोश कुन करतार, मैं तेरे अगे पेश कर रहा, तेरे दर ते मैं आया तो मैनू पता है हका कबीर करीम तू बेऐब परवरदगार, तुसी वड्डे हो वाहिगुरु जी। हुण इत्थे जिहड़ा बचन है ना, यक अर्ज गुफ्तम पेश तो दर गोश, गोश कहंदे कन नूं, तू कन दे वाहिगुरु, कन दे, मैं तुहाडे अगे एक बेनती करनी है। दरगोश कुन करतार, हे करतार मेरी बेनती सुनो। तो वह बेनती की है? वो बेनती गुरु रामदास जी के बाबत भट्टा ने आख्या, हम अवगुण भरे एक गुण नाही। हे बेनती करन आया सतगुरु को, अमृत छाड़ बिखै बिख खाही, माया मोह भरम भै भूले। बड़े धक्के खा रहे हैं महाराज जी, माया मोह भरम भै भूले, सुत दारा स्यों प्रीत लगाए। प्रीत तुहाडे नाल नहीं, साडी तुहाडे नाम नाल नहीं है। दुनिया नूं अपने मन की वार्ता सुना रहे हैं, पर किस पै खोलूं गंठड़ी दुखी भरे आया। जिदे अगे भी गल करोगे ना, ओदियां दुखां दियां पंडां साडे तो दुगणियां ने। जिदे नाल गल करोगे, जिदे नाल दुख साझा करोगे, जां तां ओह तुहाडा दुख सुन के हसेगा, जां तां ओह कहेगा वाह जी वाह चंगा होया इनू भी दुख मिलिया, जां सच ये है कि वह अपना दुख तुहाडे अगे रख देगा, भाई तू छड्ड मेरा सुन। ये संसार सारा ही सतगुरु जी का बचन जिहड़ा वो सत है। साहिब जी का बचन है, एक दाता सब जगत भिखारिया, धन गुरु रामदास महाराज जी। सारा जगत इत्थे भिखारी है, कोई वड्डा मंगता है तो कोई छोटा मंगता है। सच तो यह है कोई राज मंग रहा है तो कोई दो वक्त की रोटी मंग रहा। गुरु रामदास जी कहते है सारे मंगते, तो ये मंगते नहीं, सारे रोगी भी आख्या। जो जो दिसै सो सो रोगी, रोग रहत मेरा सतगुर जोगी। तो कदी सतगुरु नूं आखे कहो सतगुरु जी धन गुरु हरकृष्ण साहब महाराज तुसी समर्थ हो, तुसी संसार दे दुख कट्टण वाले हो, मेरे भी दुख दूर करो। जिसते तुम हर जाने स्वामी, सो सतगुर मेल मेरा प्राणे। हे मेरे वाहिगुरु मेरी बेनती सुन के, जिस सतगुर पासों मैं तुहानू मिल सकां, उस सतगुरु गुरु हरकृष्ण साहब महाराज जी दे नाल मेरी पछाण करा दे। उस सतगुरु गुरु हरकृष्ण साहब जी का चेता मेरे हिरदे विच वसा दे। ते अगला बचन तुसी रहाओ दा सुनो, राम हम सतगुर पार ब्रह्म कर माने। हे रमैया वाहिगुरु, मेरे मन च किथे ये शंका रह गई सी कि सतगुरु ते पर प्रभु कोई फर्क होंदा है, पर कोई फर्क नहीं। गुरु गुरु गुर कर मन मोर, गुरु बिना मैं ना ही होर। ते गुरु कौन है? गुर की टेक रहूं दिन रात, जाकी कोई ना मिटै दात। ते अगला बचन बड़ा कमाल दा है, गुर परमेश्वर एको जान। ये भेत दूर करके आयो। ताइयों क्या भट्ट साहबाना ने, सोई रामदास गुर बल भण, मिल संगत धन धन करहो। जे सतगुर लग प्रभ पाई है, उस सतगुर दे नाल जरूर सांझ पाओ। सतगुर जी दे चरणी लगो, उस सतगुर जी दे अगे अपना आप समर्पण करो। जिसते तुम हर जाने स्वामी। ਇਹਦਾ मतलब की है?
कि हे वाहिगुरू जिस राही असी तुहानू जान सकीए ते किस राही जान सकते हैं। जैसा सतगुर सुनीदा तैसो ही मैं डीठ, विछुड़िया मेले प्रभु हर दरगह का बसीठ। ये बसीठ है। गुरु हरकृष्ण साहब महाराज जी विचोले ने वाहिगुरू दे नाल मिलाप कराउण वाले। जिस ते तुम हर जाने स्वामी, जिहदे राही मैं तुहानू मिल सकां, उस सतगुरु नाल ते मेल कराओ। ते मेल कीतियां होएगा कि जाम गुरु होए वल तनह क्या गारव दीजै। सारा आहंग दूर होएगा उस गुरु नू मिलिया। जाम गुरु होए वल लख बाहें क्या कीजै। कोई वाल भी विंगा नहीं कर सकेगा जे साहिब गुरु डाडा तुहाडे पक्ष वाल है। जाम गुरु होए वल ज्ञान अर ध्यान अनन पर। ये बख्शिश है, ये कृपा है। जाम गुरु होए वल शब्द साखी से सच्चो घर। है जो गुरु गुरु अहनिस जपै, दास भट बेनत का है। ये बरकत है गुरु दी। शब्द साखी सो सच्चो घर का मतलब है साक्षात प्रभु का ज्ञान हिरदे च टिकाउण वाले गुरु ने। जो गुरु नाम रिद मैं धरै, सो जन्म मरण दोहू थै रहै। गुरु दी संभाल हिरदे दे अंदर सिख दे लई सब तो पहली कार है कि बई हिरदे विच गुरु है जां हिरदे विच पाप है। जिस गुरु ने सानू वाहिगुरू नू मिलाना है, हे वाहिगुरू तू कृपा कर। उस सच्चे गुरु गुरु हरकृष्ण साहब जी दे दर ते आया ते गुरु दे नाल बाणे आवे। जे गुरु नाल बाणे आएगी तो फिर बड़ी बरकतां ने जी। फिर जम भी वाल विंगा नहीं कर सकते। ते गुरु कौन है? राम। हम सतगुर पार ब्रह्म कर मने। मेरे वास्ते सतगुरु मेरे पार ब्रह्म परमेश्वर ने। मेरे वास्ते पार ब्रह्म परमेश्वर का रूप ने। गुरु रामदास जी कहते, धन गुरु अमरदास जी, आदि गुरु नानक साहब महाराज जी। बलियो चिराग अंधियार में, सब कल उदरी एक नाम धर्म। प्रगट सगल हर भवन में, जन नानक गुर पार ब्रह्म। कोई शंका रह ही नहीं गई कि उस गुरु नूं ध्याउण तो पहला भट्ट जी कहते, तास चरण लै हृदय बसावों तो परम गुरु नानक गुण गावों। जिन्हों गुरु अर्जुन साहब महाराज जी बख्शिश कर दे, ज्ञान ध्यान किछ कर्म ना जाना, सार ना जाना तेरी सब ते वड्डा सतगुर नानक, जिन कल राखी मेरी। हम मूड मुगद अशुद्ध मत होते, साडा हाल है मूर्खताई वाला। मुगद है असी इयाणे आ, अशुद्ध है हम मैले तुम उजल करते। हम निर्गुण तू दाता, हम मूर्ख तुम चतुर सियाणे, तू सर्व कला का ज्ञाता। इसी शब्द विच क्या है? तुम करो भला हम भलो ना जाना है, तुम सदा सदा दयाला। क्योंकि मूर्ख है गया। जो प्रभु ने करना है उहदी सानू सोझी नहीं। जो असी अपने जीवन विच चाहुंदे आ ते ओ गुरु नू पता है, भाई तेरे जीवन विच ये चंगा है जां मंदा है, वो गुरु जानदा है। जे चंगा होएगा तो गुरु करा लेगा, जे मंदा होएगा तो फिर वो नहीं कराएगा। ये सोझी सानू नहीं है। कबीर जो मैं चितवो ना करे, क्या मेरा चितवै होए, अपना चितवया हर करे, जो मेरे चित ना होए। जो मैनू पता है ना वो सच्ची मुची मैनू ही पता है, जो गुरु नू पता है वो किसी नू भी नहीं पता। इस करके जो गुरु नू पता है वो गुरु नू करन दिओ। क्यों? साडी मत होछी है। असी ये जानते हैं कि बई मैनू ये चंगा लगता है, पर सतगुर कहते नहीं, जो तैनू चंगा लगता है वो नहीं, जो तेरे लिए चंगा है वो मैं करांगा। ये सोझी सानू नहीं है। हम मूड मुगद अशुद्ध मत होते, मत साडी मूड है। रोज पढ़ते हैं, तित सरवरड़ै पहले निवासा पानी पावक तिन्ह किया, पंकज मोह पग नहीं चालै हम देखा, तह डूबी अले मन एक ना चेतस मूड मना, हर बिसरत तेरे गुण गलिया।
ਗੁਰੂ ਨੂੰ ਤੂੰ ਚੇਤੇ ਨਹੀਂ ਕਰਦਾ। ਪਾਰ ਬ੍ਰਹਮ ਪਰਮੇਸ਼ਵਰ ਦਾ ਚੇਤਾ, ਉਹਦਾ ਭਾਉ, ਉਹਦੀ ਟੇਕ ਤੇਰੇ ਹਿਰਦੇ 'ਚ ਨਹੀਂ ਹੈ। ਇਕੱਲਾ ਮੱਥਾ ਟੇਕਣ ਨਾਲ ਜੇ ਦੁਨੀਆ ਤਰਦੀ ਤੇ ਇੱਥੇ ਤੇ ਦੁਨੀਆ ਹੀ ਝੁਕ ਰਹੀ ਹੈ। ਪਰ ਸੱਚ ਇਹ ਹੈ, ਹਿਰਦਾ ਝੁਕਣਾ ਕਿਸੇ ਵਿਰਲੇ ਦਾ ਹੁੰਦਾ ਪ੍ਰਵਾਨ। ਤੇ ਜਿਹੜਾ ਇਹ ਆਖੇ ਨਾ ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰਮਤ ਗੁਰ ਕੈ ਬਚਨ ਹਰ ਹਮ ਜਾਣੇ। ਗੁਰੂ ਦੇ ਬਚਨ ਹੀ, ਗੁਰੂ ਦੀ ਮਤ ਹੀ ਸਾਨੂੰ ਪ੍ਰਭੂ ਦੀ ਇਸ ਅਸੀਮ ਤਾਕਤ ਦੇ ਨਾਲ ਜਾਣੂ ਕਰਾਏਗੀ। ਪ੍ਰਭੂ ਦੀ ਕੁਦਰਤ ਦੇ ਨਾਲ ਜਾਣੂ ਕਰਾਉਣ ਵਾਲੇ ਗੁਰੂ ਨੇ। ਤੇ ਉਸ ਪ੍ਰਭੂ ਦੀ ਕਿਹੜੀ ਅਸੀਮ ਕੁਦਰਤ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੱਸਿਆ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ ਤਾਕੇ ਅੰਤ ਨਾ ਪਾਹੇ ਜਾ। ਇਹ ਅੰਤ ਨਾ ਜਾਣੈ ਕੋਈ। ਫਿਰ ਅਗਲਾ ਵਚਨ ਹੈ, ਬਹੁਤਾ ਕਹੀਐ ਬਹੁਤਾ ਹੋਏ। ਜਿੰਨਾ ਮਰਜੀ ਉਹਨੂੰ ਵਿਚਾਰੋ, ਜਿੰਨਾ ਵਿਚਾਰ ਲਿਆ ਇਹ ਬਹੁਤ ਘੱਟ ਹੈ, ਹਜੇ ਇਸ ਤੋਂ ਵੱਧ ਹੋਰ ਪਿਆ ਹੋਇਆ। ਇਹ ਅਸੀਮ ਕੁਦਰਤ ਉਸ ਕਰਤਾਰ ਦੀ, ਇਹਨੂੰ ਮਹਾਰਾਜ ਜੀ ਕਹਿੰਦੇ ਗੁਰਮਤ ਗੁਰ ਕੈ ਬਚਨ ਹਰ ਹਮ ਜਾਣੇ। ਗੁਰੂ ਦੇ ਬਚਨ ਨਾਲ ਹੀ ਜਾਣਿਆ ਜਾ ਸਕਦਾ ਹੈ, ਹੋਰ ਸੋਝੀ ਨਹੀਂ ਕੋਈ ਦੇ ਸਕਦਾ। ਗੁਰੂ ਦੀ ਮੱਤ ਨਾਲ ਇਹ ਹਿਰਦੇ ਵਿੱਚ ਵਸਦਾ ਹੈ। ਅੱਗੇ ਸਤਿਗੁਰੂ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਤੇ ਜਾਣਿਆ ਜਾ ਸਕਦਾ। ਮਹਾਰਾਜ ਜੀ ਦਾ ਬਚਨ, ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ ਕਿ ਵਾਹਿਗੁਰੂ ਜੀ ਦੀ ਭਗਤੀ ਜਿਹੜੀ ਗੁਰੂ ਨੇ ਦਿੱਤੀ ਹੈ, ਜਿਹੜੀ ਗੁਰੂ ਨੇ ਭਗਤੀ ਸਿਖਾਈ ਹੈ, ਸਹਿਜ ਭਗਤੀ, ਗ੍ਰਸਤ ਭਗਤੀ। ਤੇ ਉਹ ਭਗਤੀ ਕਿਹੜੀ ਹੈ? ਉਹ ਬਾਹਰ ਦਾ ਦਿਖਾਵਾ ਥੋੜੀ ਹੈ ਬਈ ਜੀ ਮੱਥਾ ਟੇਕ ਲਿਆ, ਦਾਨ ਪੁੰਨ ਕਰ ਲਿਆ ਜੀ, ਸਾਡਾ ਤੇ ਹੋ ਗਿਆ। ਨਹੀਂ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਬੈਠੇ ਹੋ ਤੇ ਬੇਅੰਤ ਸਾਖੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਗਿਆਨੀ ਗਿਆਨ ਸਿੰਘ ਜੀ ਨੇ ਦਿੱਤੀਆਂ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਹੋਰਾਂ ਨੇ ਲਿਖੀਆਂ ਬੇਅੰਤ ਸਾਖੀਆਂ। ਗੰਡਾ ਸਿੰਘ ਹੋਰਾਂ ਦੀ ਕਿਤਾਬਾਂ ਦੇ ਵਿੱਚ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਲਿਖਿਆ। ਡਾਕਟਰ ਤਰਲੋਚਨ ਸਿੰਘ ਨੇ ਜੀਵਨ ਦੀਆਂ ਗਾਥਾਵਾਂ ਗੁਰੂ ਹਰਕ੍ਰਿਸ਼ਨ। ਜੀਵਨ ਦਾ ਸਮਾਂ ਸਿਰਫ 9-10 ਸਾਲਾਂ ਦਾ ਹੈ। 1656 ਤੋਂ ਲੈ ਕੇ 1664 ਤੱਕ, 1661 ਤੋਂ ਲੈ ਕੇ ਸਤਿਗੁਰੂ ਜੀ ਜਦ ਗੁਰਤਾ ਗੱਦੀ ਤੇ ਬੈਠੇ ਹੈ ਤੇ ਉਹ ਗੁਰਤਾ ਗੱਦੀ ਦਾ ਸਮਾਂ ਹੋਰ ਵੀ ਥੋੜਾ, ਪਰ ਬਰਕਤਾਂ ਇੰਨੀਆਂ ਸਾਖੀਆਂ ਸਤਿਗੁਰੂ ਜੀ ਦੇ ਜੀਵਨ ਦੀਆਂ ਸਾਨੂੰ ਸਮਾਚਾਰ ਮਿਲਦੇ ਨੇ ਕਿ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੇ ਮੁਖ ਤੋਂ ਬੋਲਦੇ ਨੇ ਤੇ ਸਿਰਫ ਖਸਮ ਦੀ ਬਾਣੀ ਬੋਲਦੇ ਨੇ, ਸਿਰਫ ਧੁਰ ਕੀ ਬਾਣੀ ਦਾ ਉਪਦੇਸ਼ ਹੀ ਸੰਗਤਾਂ ਨੂੰ ਸੁਣਾਉਂਦੇ ਨੇ। ਤੇ ਇਹ ਨਾ ਸਮਝਿਓ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਕੁਝ ਜਾਣਦੇ ਨਹੀਂ। ਸਤਿਗੁਰੂ ਜੀ ਸਭ ਦੇ ਦਿਲਾਂ ਦੀ ਜਾਣਦੇ ਹੈ। ਤੇ ਵਾਹਦ ਜਦ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਦੇ ਮਾਲਕ ਬਣੇ ਤੇ ਦੂਰ ਦੁਰਾਡਿਓਂ ਤੋਂ, ਕਿੱਥੋਂ ਪਾਕ ਪਟਨ ਦੀ ਧਰਤੀ, ਕਿੱਥੇ ਪੈਸ਼ਾਵਰ, ਕਿੱਥੇ ਅਟਕ ਤੇ ਕਿੱਥੇ ਚਾਈਨਾ ਬਾਰਡਰ ਤੱਕ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰ ਤੇ ਮੰਗਤਿਆਂ ਦੀ ਭੀੜ ਲੱਗ ਗਈ। ਸਤਿਗੁਰੂ ਜੀ ਕਿਸੇ ਦਾ ਰੋਗ ਕੱਟੋ, ਕਿਸੇ ਦੇ ਦੁੱਖ ਦੂਰ ਕਰੋ, ਕਿਸੇ ਦੀ ਵਿਪਤਾ ਖਤਮ ਕਰੋ, ਕਿਸੇ ਦੇ ਧੰਮ ਧਾਮ ਦੌਲਤ ਨਾਲ ਭਰੋ ਤੇ ਕਿਸੇ ਨੂੰ ਦੁਸ਼ਮਣਾਂ ਤੋਂ ਬਚਾਓ। ਇਹ ਸਾਖੀਆਂ ਨੇ ਸਤਿਗੁਰੂ ਜੀ। ਔਰ ਪ੍ਰਤੱਖ ਹਾਰ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਕਿੰਨਾ ਉਗ ਬਣੋ ਤੈ ਆਥ ਬਣੋ ਚੌ ਚੱਕੀ ਕੀਣ ਲੋਆ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਚੰਦੋਆ ਸ਼ੋਭਾ ਪਾ ਰਿਹਾ। ਸਤਿਗੁਰ ਕਾ ਖਿਵੈ ਚੰਦੋਆ, ਇੰਨੀ ਸ਼ੋਭਾ ਸਤਿਗੁਰੂ ਜੀ ਦੇ। ਤੇ ਸਤਿਗੁਰੂ ਜੀ ਦੇ ਦਰ ਤੇ ਜੋਗੀਆਂ ਨੇ ਆ ਕੇ, ਰੇਬਨਾਥ ਜੋਗੀਆਂ ਦਾ ਜੱਥਾ, ਹਿੰਦੂ ਮੁਸਲਮਾਨ ਸਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਬੈਠੇ ਹੋਏ ਨੇ ਤੇ ਸ਼ੋਭਾ ਗਾ ਕੇ ਗਿਆ ਰੇਬਾਨਾਥ ਦਾ ਜੱਥਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ। ਤੇ ਮੁਸਲਮਾਨ ਪੀਰ ਫਕੀਰ ਤੌਬਾ ਤੌਬਾ 7 ਵਾਰੀ ਸਜਦਾ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਰਦਾ। ਰੋਪੜ ਦਾ ਰੌਸ਼ਨ ਜ਼ਮੀਰ ਫਕੀਰ ਜਿਹਦੀ ਸ਼ੋਭਾ ਬੜੀ ਹੈ
ਕਹਿੰਦੇ ਜਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ, ਹੁਣ ਰੋਪੜ ਨਹੀਂ ਲੱਭਦਾ, ਹੁਣ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੂੰ ਸਿਜਦੇ ਕਰ ਰਿਹਾ। 3 ਫਕੀਰਾਂ ਦਾ ਨਾਮ ਗਿਆਨੀ ਗਿਆਨ ਸਿੰਘ ਨੇ ਲਿਖਿਆ, ਰੁਕਨਦੀਨ, ਮੁਹੰਮਦ ਸ਼ੇਖ ਤੇ ਮਾਲਾ ਬਖਸ਼। ਇਹ ਤਿੰਨੋਂ ਫਕੀਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਦਾ ਪਾਣੀ, ਕਿਉਂ? ਕਿਉਂਕਿ ਰਹਿਮਤ ਇੰਨੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ। ਜਿਸ ਵੇਲੇ ਤਿੰਨੋਂ ਫਕੀਰ ਆਏ ਨਾ, ਰੁਕਨਦੀਨ, ਮਾਲਾ ਸ਼ੇਖ ਤੇ ਮੁਹੰਮਦ ਬਖਸ਼, ਇਹਨਾਂ ਨੇ ਪਹਿਲਾਂ ਸ਼ੰਕਾ ਕੀਤੀ ਕਿ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਬੜੀ ਛੋਟੀ ਹੈ, ਕਿ ਇਹ ਮਨ ਦੀ ਵਿਪਤਾ ਦੂਰ ਕਰ ਸਕਣਗੇ? ਤੇ ਆ ਕੇ ਬੈਠੇ ਤੇ ਸਤਿਗੁਰ ਤੇ ਜਾਣੀ ਜਾਣਦੇ ਨਾ ਗੁਰੂ ਹਰਕ੍ਰਿਸ਼ਨ ਸਾਹਿਬ, ਜੋਤ 오ਹਾ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀ ਹੈ। ਇਹ ਤੇ ਸਿਰਫ ਕਾਇਆ ਦਾ ਓਲਾ ਹੈ, ਬਾਕੀ ਤੇ ਜੋਤ ਨਾਨਕ ਸਾਹਿਬ ਜੀ। ਤੇ ਆਉਂਦਿਆਂ ਸਾਰ ਤੇ ਬੈਠੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਿਹੜਾ ਬਚਨ ਬਿਲਕੁਲ ਸਿਧਾਂਤਕ ਸਾਖੀ 'ਚ ਚੱਲਦਾ ਹੈ ਨਾ, ਉਹ ਇਹ ਲਿਖਿਆ, ਉਹਨਾਂ ਪਿਆਰਾ ਰੱਬ ਉਨਾਹਾ ਜੋ ਗਈ। ਇਹ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਅਸ਼ਟਮ ਬਲਬੀਰਾ ਦੇ ਵਿੱਚ ਸਾਰੀਆਂ ਸਾਖੀਆਂ ਨੂੰ ਸੰਯੁਕਤ ਕੀਤਾ, ਇਕੱਠਾ ਕੀਤਾ, ਸੰਪਾਦਨ ਕੀਤਾ। ਉਹਦੇ ਵਿੱਚ ਜ਼ਿਕਰ ਕੀਤਾ, ਜਦ ਉਹਨਾਂ ਨੇ ਸੁਣਿਆ ਨਾ, ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ, ਮਨ ਦੀ ਸ਼ੰਕਾ ਦੂਰ ਹੋ ਗਈ ਵੀ ਰੱਬ ਦੀ ਗੱਲ ਕਰਨ ਆਇਓ ਰੱਬ ਦੇ ਦਰ ਤੇ ਦੂਸਰੀ ਸ਼ੰਕਾ ਸਾਰੀ ਛੱਡ ਦਿਓ। ਤੇ ਉਹਨਾਂ ਨੇ ਪੁੱਛਿਆ, ਸਤਿਗੁਰ ਜੀ ਖੁਦਾਈ ਦੀਦਾਰ ਦੀ ਪਿਆਸ ਹੈ। ਤੇ ਅੱਗੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪਤਾ ਕੀ ਉਪਦੇਸ਼ ਕੀਤਾ? ਸਿਰਫ ਬਾਣੀ ਵਿੱਚੋਂ ਇੱਕ ਬਚਨ ਬੋਲਿਆ ਕਿ ਤਹਿਕੀਕ ਦਿਲ ਦਾਨੀ। ਇਹ ਬਿਲਕੁਲ ਸਾਖੀ ਲਿਖੀ ਹੈ, ਇਹੀ ਤੁਕ ਬੋਲੀ ਕਿ ਮੁੱਲਾ ਜੀ, ਸ਼ੇਖ ਜੀ ਆਇਓ, ਆਪਣੇ ਦਿਲ ਦੀ ਤਹਿਕੀਕਾਤ ਕਰੋ। ਸਤਿਗੁਰੂ ਜੀ ਸਭ ਕੁਝ ਜਾਣਦੇ ਨੇ, ਗੁਰ ਪਰਮੇਸ਼ਵਰ 'ਚ ਕੋਈ ਭੇਤ ਨਹੀਂ। ਅੱਛਾ, ਕਾਂਸ਼ੀ ਦੀ ਧਰਤੀ ਤੋਂ ਇੱਕ ਬਸੰਤਰ ਨਾਮ ਦਾ ਪੰਡਿਤ ਆਇਆ। ਉਹ ਪੰਡਿਤ ਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਸਜਦਾ ਕਰਦਾ ਤੇ ਉਹਦੇ ਸਰੀਰ ਨੂੰ ਕੋੜ ਦਾ ਰੋਗ ਲੱਗ ਗਿਆ ਸੀ। ਤੇ ਸੁਣਿਆ ਸੀ ਕਿ ਕੀਰਤਪੁਰ ਸਾਹਿਬ ਦੀ ਧਰਤੀ ਦਾ ਮਾਲਕ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚਾ ਪਾਤਸ਼ਾਹ, ਜਿਨ੍ਹਾਂ ਦੇ ਦੀਦਾਰ ਕੀਤਿਆਂ ਦੁੱਖ ਦੂਰ ਹੁੰਦੇ ਨੇ, ਤੇ ਮੱਥਾ ਟੇਕ ਕੇ ਕਹਿੰਦਾ, ਸਤਿਗੁਰੂ ਜੀ ਕੋੜ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ, ਪੰਡਿਤ ਬਸੰਤਰ ਜੀ, ਸਰੀਰ ਦਾ ਕੋੜ ਤੇ ਦੂਰ ਹੋ ਜਾਏਗਾ, ਜਿਹੜਾ ਮਨ ਦੇ ਅੰਦਰ ਕੋੜ ਹੈ, ਜ਼ਾਤ ਪਾਤ ਦਾ ਤੇ ਗਿਆਨ ਦੇ ਝੂਠੇ ਭਰਮ ਦਾ, ਉਸ ਕੋੜ ਨੂੰ ਕੌਣ ਦੂਰ ਕਰੇਗਾ? ਇਹ ਸੁਣਦਿਆਂ ਹੀ ਉਹਦਾ ਤਨ ਤੇ ਮਨ ਕੰਬ ਗਿਆ ਕਿ ਮੈਂ ਜਿਹਦੇ ਸਾਹਮਣੇ ਬੈਠਾ ਉਹ ਪ੍ਰਤੱਖ ਹਾਰੀ ਹੈ, ਉਹ ਅਸ਼ਟਮ ਬਲਬੀਰਾ ਹੈ। ਕਿ ਪੰਡਿਤ ਬਸੰਤਰ ਜੀ, ਅੰਦਰ ਦਾ ਜਿਹੜਾ ਅਭਿਮਾਨ ਗਿਆਨ ਦਾ ਲਈ ਫਿਰਦੇ ਹੋ, ਉਹ ਕੌਣ ਦੂਰ ਕਰੇਗਾ? ਤੇ ਜਦ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸ਼ੋਭਾ ਵਧੀ ਨਾ, ਕਿਉਂਕਿ ਗੁਰਮਤ ਦਾ ਬਚਨ ਸਤਿਗੁਰੂ ਜੀ ਨੇ ਦ੍ਰਿੜ ਕਰਾਇਆ। ਲੰਮੇ ਦੇਸ਼ ਤੋਂ ਜਦ ਜੱਥਾ ਤੁਰਿਆ, ਲੰਮਾ ਦੇਸ਼ ਹੈ, ਪਾਕਪਟਨ ਦੀ ਧਰਤੀ ਤੋਂ ਅੱਗੇ ਅਟਕ, ਇਧਰੋਂ ਜਦ ਸੰਗਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਪਹੁੰਚੀਆਂ ਨਾ, ਤੇ ਉਸ ਪਿੰਡ ਦਾ ਇੱਕ ਚੋਰ ਸੀ ਜਿਹਦਾ ਨਾਮ ਸੀ ਜਸਵੰਤ ਰਾਏ। ਉਹਨੇ ਪੁੱਛਿਆ, ਬਈ ਸਾਰੇ ਕਿੱਥੇ ਤੁਰੇ ਹੋ, ਸਾਰਾ ਪਿੰਡ ਕਿੱਥੇ ਜਾ ਰਿਹਾ? ਉਹ ਕਹਿੰਦੇ, ਅਸੀਂ ਅਸ਼ਟਮ ਬਲਬੀਰਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ, ਜਿਨ੍ਹਾਂ ਦੇ ਦੀਦਾਰ ਕੀਤਿਆਂ ਦੁੱਖ ਦੂਰ ਹੁੰਦੇ ਆ। ਜਿਹੜੇ ਮਨ ਦੀ ਆਵਾਜ਼ ਨੂੰ ਜਾਣਦੇ ਨੇ, ਅੰਦਰ ਦੀ ਜਾਣਦੇ ਨੇ, ਉਹ ਕਹਿੰਦਾ ਫਿਰ ਮੈਨੂੰ ਵੀ ਲੈ ਚਲੋ। ਹੁਣ ਉਹ ਜਿਸ ਭਾਵਨਾ ਨਾਲ ਤੁਰਿਆ, ਉਹ ਕਹਿੰਦਾ ਮੈਂ ਇੱਥੇ ਜੇਬ ਕਤਰਦਾ ਤੇ 4-5 ਬੰਦੇ ਹੀ ਮੈਨੂੰ ਮਿਲਦੇ ਆ, ਉਥੇ ਜਾਵਾਂਗਾ, ਕਿੰਨੀ ਅਜ਼ਮਤ ਹੈ, ਕਿੰਨੀ ਦੁਨੀਆ ਹੈ। ਬਈ ਇੱਥੇ ਵੀ ਅਸੀਂ ਕਈ ਵਾਰੀ ਇਸ ਭਾਵਨਾ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਆ ਜਾਂਦੇ ਨੇ। ਪਰ ਯਾਦ ਰੱਖਿਓ, ਸਤਿਗੁਰ ਜਾਗਦਾ ਹੈ। ਦੇਖੋ, ਸਤਿਗੁਰ ਸਭ ਦੇ ਅੰਦਰ ਦੀ ਜਾਣਦਾ ਹੈ। ਜਿਹੋ ਜੀ ਭਾਵਨਾ ਕੋਈ ਲੈ ਕੇ ਆਉਂਦਾ, ਉਹੋ ਜਿਹਾ ਫਿਰ ਲੈ ਕੇ ਜਾਂਦਾ। ਉਹ ਜਸਵੰਤ ਰਾਏ ਜੇਬ ਕਤਰਾ ਚੋਰ ਹੈ, ਤੇ ਜਥੇ ਸਮੇਤ ਕੀਰਤਪੁਰ ਸਾਹਿਬ ਪਹੁੰਚ ਗਿਆ। ਜਦ ਜੱਥਾ ਪਹੁੰਚਿਆ, ਉਹਨਾਂ ਨੇ ਸਿਜਦਾ ਕੀਤਾ ਤੇ ਜਸਵੰਤ ਰਾਏ ਆ ਕੇ ਮੱਥਾ ਟੇਕਦਾ। ਮੱਥਾ ਟੇਕ ਕੇ ਬੈਠਾ ਹੀ ਹੈ। ਮਹਾਰਾਜ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਸਵੰਤ ਰਾਏ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਸੁਣਦਿਆਂ ਸਾਰ ਭੁੱਬਾ ਮਾਰ ਕੇ ਰੋਇਆ। ਇਹ ਕੀ ਹੋ ਗਿਆ ਕਿ ਅੱਗੇ ਜੋ ਬੈਠਾ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਅੱਗੇ ਜੋ ਬੈਠਾ ਇਕੱਲਾ ਵਾਹਿਦ ਗੁਰੂ ਨਹੀਂ, ਉਹ ਪ੍ਰਤੱਖ ਅੰਦਰ ਦੀ ਜਾਣਨ ਵਾਲਾ ਹੈ। ਭੁੱਬਾ ਮਾਰ ਕੇ ਰੋਇਆ। ਮਹਾਰਾਜ ਨੇ ਕਿਹਾ ਤਰਵਾਸ ਦਿਓ, ਤੇ ਕਿਹਾ ਜਸਵੰਤ ਰਾਏ, ਚੋਰੀ ਠਗੀ ਕਰਕੇ
अपने घर दौलत लैके आउना, उन्हें सिर सुट लिया, नीवा हो गया। महाराज कहते 4 दिन, सिर्फ 4 दिन इस दौलत का सुख माणेगा, फिर उस तो बाद दुख ही दुख ने। यह भुलेखा है कि चोरी का पैसा बड़ा कुछ सवार दिंदा। गुरु हरकृष्ण साहब कहते जसवंत राय तेरा कुछ नहीं सवरना। ते चोर की कीमत 2 गंडियां के बराबर नहीं है जिस दिन वो पकड़िया गया इत्थे। इस करके चोरी छड्डो, ठगी छड्डो, दूसरियां दा बुरा ना करो। हक पराया नानका उस सुअर उस गाए। ये गुरु का उपदेश है, ये रहाऊ की तुक है कि गुरु नूं ऐ ना जाने हो। गुरु ते अंदर जी जानने वाले ने, गुरु जानते हैं। असीं कहते हैं जी दान पुन बड़ा देने हैं। रोपड़ का बड़ा वड्डा सरपंच होया राजा राम, उन्हें गड्ढे भर के गुरु हरकृष्ण साहब जी के वल घल दिते कि बई पता लग जे कि 1-2 दिन भलके च जिहड़ा आउण वाला है वो बड़ा वड्डा शाहूकार है, तो तैयारियां कर लैण गुरु घर वाले, गुरु के सिख के बई मेरे आओ भगत किवें करनी है, स्वागत किवें करना है। गड्ढे भेजे तो सतगुरु गुरु हरकृष्ण साहब जी नूं संगतां ने आख्या सतगुरु जी ये गड्ढे आए ने, दौलत आई है। महाराज कहते हजे उत्थे ही रहण दो। 2 दिन लंघे तो 2 दिन बाद वो जिहड़ा राजा राम सी ना वो आया गुरु हरकृष्ण साहब जी के दर ते सिजदा करदा है। ते महाराज गुरु हरकृष्ण साहब जी उन्होंने कहते हैं राजा राम नाम तो बड़ा चंगा तेरा पर तेरे कम चंगे नहीं है। कहता सतगुरु जी की भुलोगे। महाराज कहते तू कुड़ी मार है तो अपने पिंड दे विच कुड़ियां नूं मारन दी शह दिना। ये साखी है गुरु हरकृष्ण साहब जी ने। तू पिंड दा सरपंच है तो अपने पिंड दे विच तू ये महापाप कीता है कि कुखां दे विच कुड़ियां नूं मरवाया ते मारदा भी रहा है। गुरु घर दे विच ना तेरा दान प्रमाण है ते ना तेरा आया प्रमाण है। पहला अपने मन विचों ये पाप धो के आ कि अज तो बाद जेड़ा मैं पाप करदा रहा नहीं करांगा। ਇਹਦਾ मतलब ये नहीं कि कहते सतगुरु जी दान, सतगुरु जी कहते तेरा दान प्रमाण नहीं लै जा। ਇਹਦਾ ये मतलब नहीं कि असी दान नहीं देना गुरु घर, रज के दईए अपने दसवंत विचों रज रज के सतगुरु जी नूं दईए, मनुखता दा भला करिए जद लोड़ है। पर सतगुरु गुरु हरकृष्ण साहब जी ने कहा है कि मन जे मैला है ना, जे रत लगे कपड़ा जामा होए पलीत, जो रत पीवह मानसा तिन क्यों निर्मल चीत। कली ये एक साखी नहीं, किनियां साखियां। क्योंकि अज जिहड़ी ये बख्शिश है ना, राम हम सतगुर पार ब्रह्म कर माने, कि गुरु पार ब्रह्म च कोई भेत नहीं है। गुरु ते बिना बोले ही सब कुछ जानता है। वो ते अंदर दी बुझ लैंदा कि इहदे अंदर दी की भावना है। मणी माजरे तो ना 16 मील दूर एक लम्मा पिंड है। इस रस्ते ते गुरु हरराय साहब महाराज जी का एक गुरुद्वारा भी बनया होया अंब साहब। जब गुरु हरकृष्ण साहब जी की शोभा वधी ना तो इस पिंड के जोड़े लोग सन उन्होंने दे अंदर बड़ी तलब सी भी असी भी गुरु हरकृष्ण साहब जी को सिजदा करके आना। देखो गुरु अंदर दी किवें जानते हैं। तो उस पिंड का जोड़ा सरपंच सी ना, उहदा नाम सी पंच नंद चंद, सरपंच नंद चंद। इतिहास से ज्ञानी ज्ञान सिंह लिखते। वो कहता कि तुसी सारे तुरे हो, मैं पिछे की करांगा, मैनू भी लै जाओ। तो पिंड दे सियाणे लोगों ने समझाया सरपंच साहब बाकी सब तो ठीक है पर तुसी विभचारी हो गए हो, पापी हो गए हो। तो गुरु घर की जिहड़ी मर्यादा है ना, वो मर्यादा बड़ी अटल है। उत्थे किसी दे नाल कोई वितकरा नहीं होंदा। भावें तुसी सरपंच होवो ते भावें कुछ भी होवो, भावें वड्डे होवो भावें छोटे होवो। इस दर दा जिहड़ा असूल है, जो शरण आवे तिस कंठ लावे। पर शरण आउणा तां प्रमाण है जे गुरु की गल मनांगे, जे गुरु के रस्ते तुरांगे। करनी अपनी ते गुरु के अगे असी सजदे करने, वो प्रमाण है। महाराज कहते नहीं नहीं प्रमाण। वो कित्थों प्रमाण होणगे कि जिन मन होर मुख होर से कांडे कचिया। बाबा शेख फरीद जी का बचन पढ़ते
ਉਹ ਵੀ ਜਿਹੜਾ ਨੰਦ ਚੰਦ ਸੀ ਉਹ ਵੀ ਕਾਫਲੇ ਨਾਲ ਤੁਰਿਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਪਹੁੰਚਿਆ। ਮੱਥਾ ਟੇਕਿਓ ਉਸਨੇ ਤੇ ਟੇਕ ਕੇ ਬੈਠਾ ਹੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਨੰਦ ਚੰਦ ਦੀਆਂ ਅੱਖਾਂ 'ਚ ਅੱਖਾਂ ਭਰ ਕੇ ਆਖਿਆ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਆ ਬਚਨ ਕੀਤਾ ਕਿ ਨੰਦ ਚੰਦ ਤੇਰਾ ਧਿਆਨ ਕਿੱਥੇ ਹੈ ਜੀਵਨ ਦਾ, ਕਿਹੜੇ ਪਾਸੇ ਤੁਰ ਪਿਆ? ਕਹਾਉਂਦਾ ਤੂੰ ਆਪਣੇ ਆਪ ਨੂੰ ਪੰਚ ਹੈ, ਪਰ ਗੁਰੂ ਦਰ ਤੇ ਉਹ ਪ੍ਰਮਾਣ ਹੈ ਜਿਹਦੇ ਹਿਰਦੇ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਧਿਆਨ ਹੈ। ਪਰ ਤੇਰਾ ਧਿਆਨ ਕੰਚਨ ਨਾਰੀ ਮੈਂ ਜਿਉ ਲੁਬਤ ਹੈ, ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ ਹਰ ਪ੍ਰਭ ਚਿਤ ਨਾ ਆਵਈ। ਕਿਉਂ ਛੂਟਾਂ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਇਹ ਹੈ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਇਹ ਸਤਿਗੁਰ ਤੇ ਪਾਰ ਬ੍ਰਹਮ 'ਚ ਕੋਈ ਭੇਤ ਨਹੀਂ, ਸਭ ਦੇ ਅੰਦਰ ਦੀ ਜਾਣਨ ਵਾਲੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ। जितने रस अनरस हम देखे, सब तितने फीक फिकाने। हर का नाम अमृत रस चाख्या, मिल सतगुर मीठ रस गाने। जिन्ने दुनिया दे रस ने ना वो सारे एक पासे, ਤੇ ਗੁਰੂ ਦੇ ਨਾਮ ਦਾ ਜਿਹੜਾ ਰਸ ਹੈ ਉਹਦੀ ਕੋਈ ਕੀਮਤ ਨਹੀਂ ਦਿੱਤਾ ਜਾ ਸਕਦਾ, ਕੋਈ ਬਚਨ ਨਹੀਂ ਕੀਤਾ ਜਾ ਸਕਦਾ ਕਿ ਇਹ ਰਸ ਆਵਾ ਉਹ ਰਸ ਨਹੀਂ ਭਾਵਾ। ਇਹਨੂੰ ਕੌਣ ਬਿਆਨ ਕਰੇ? ਇਹ ਤੇ ਇਵੇਂ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਇਹ ਬਚਨ ਹੈ ਨਾ ਕਿ ਭਾਈ ਇਸ ਧਰਤੀ ਤੇ ਬਿਸਮ 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 ਹੀ ਭਈਆ, लाल गुलाल रंगारे कहो नानक संतन रस आईए, ज्यों चाख गुंगा मुस्कारे। ये जिहड़ा रस आ गया ना, कहंदे सारियां दे सारे तितने फीक फिकाने, सारे फिके ने। जिहड़ा आनंद गुरु हरकृष्ण साहब जी दे दर ते आया, गुरु पातशाह जी दे अगे सिजदा कीता मिलदा है ना, वो दुनिया दे विच किते होर नहीं है। जो रस संगत विच बैठण दा है वो रस धरती ते किथे होर नहीं है। ते रस किन्ना मिठा है। हर का नाम अमृत रस चाख्या, जिन्हें ये रस चाख लिया ना, हर गुण कहते कहन ना जाई, जैसे गूंगे की मिठियाई। ये बड़ा मिठा रस है, ये बहुत मिठा है। इथों तक बाबा शेख फरीद जी कहते कि शक्कर खंड निवाद गुड़ माखियो माजा दुध, ये सारे मिठे पदार्थ एक पासे कर लियो। सारे मिठे पदार्थ जिन्ने मिठे पदार्थ ने एक पासे कर लियो। शक्कर खंड निवाद, आ जिहड़ी चीनी दे खिडौणे नहीं बनाए जाते उन्होंने निवाद आखदे ने। किन्ना क मिठा हुंदा, कंसनट्रेटेड शुगर। माखियो माजा दुध, मक्खण भी, कहते दुध भी, ये सारे पदार्थ मिठे दे, ये सारे उपदेश भाव मिठे नूं ही दसदे ने कि ये मिठा है। नाम सुनदियां पता लगता भी मिठास है, पर ये सारे एक पासे ने। जिन्ना रब दा नाम मिठा है उन्ना मिठा कुछ भी नहीं। ताइयों बाबा साहब ने कहा सी ना, मां रोज तां शक्कर खजूरां दिंदी सैं, अज नहीं लोड़। मां पूछती क्यों? कहते अज जेड़ा रस आया है उस प्रभु की इबादत विच, इस रस दे सामने दुनियावी शक्कर ते खजूरां सब फिकियां। ये रस आवा वो रस नहीं भावा, फिर दुनिया दे रस फिके जापदे ने। ये रस सब तो मिठा है। हर का नाम अमृत रस चाख्या, मिल सतगुर मीठ रस गाने। इस सतगुर नूं मिल के किन्ना मिठा गाने। गन्ना रौ जिन्हों कहिंदे है, जिस तो चीनी बनती है। सतगुरु गुरु रामदास जी कहते हैं इन्ना मिठा रस है नाम का, जे दसिया जाए कि जिन्ना गन्ना मिठा है
ਕਹਿੰਦੇ ਉਹ ਸਵਾਦ ਜਿਹੜਾ ਇੱਕ ਬਾਲਕ ਨੂੰ ਗੰਨਾ ਖਾਣ ਦਾ ਆਉਂਦਾ ਹੈ, ਇੰਨਾ ਸਵਾਦ ਪ੍ਰਭੂ ਦੇ ਭਗਤ ਨੂੰ, ਪ੍ਰਭੂ ਦੇ ਨਾਮ ਨੂੰ ਜਪਣ ਨੂੰ ਆਉਂਦਾ ਹੈ। ਇੰਨਾ ਮਿੱਠਾ ਹੈ, ਇੰਨਾ ਰਸ ਭਰਪੂਰ ਹੈ ਉਹਦੇ ਜੀਵਨ। ਜਨ ਨਾਨਕ ਮੁਸ਼ਕ ਝਕੋਲਿਆ ਸਭ ਜਨਮ ਧਨ ਧੰਨਾ, ਜਿਹੜਾ ਜਪਦਾ ਉਹਦਾ ਜੀਵਨ ਧਨ ਹੋ ਜਾਂਦਾ ਹੈ। ਇਹ ਰਸ ਜਿਹਨੂੰ ਆਇਆ ਹੈ, ਮਹਾਰਾਜ ਕਹਿੰਦੇ ਉਹਨੂੰ ਪਤਾ ਉਹਦਾ ਜੀਵਨ ਫਿੱਕਾ ਨਹੀਂ ਰਿਹਾ, ਉਹਦਾ ਜੀਵਨ ਬੇਸਵਾਦਾ ਨਹੀਂ ਰਿਹਾ, ਕੌੜਾ ਬੋਲਣ ਵਾਲਾ ਨਹੀਂ ਰਿਹਾ। ਉਹਦਾ ਜੀਵਨ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜਿਨ ਕਉ ਗੁਰ ਸਤਿਗੁਰ ਨਹੀਂ ਭੇਟਿਆ, ਤੇ ਸਾਕਤ ਮੂੜ ਦੀਵਾਨੇ। ਜਿਹਨੇ ਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ, ਭੇਟਿਆ ਦਾ ਭਾਵ ਹੈ ਦੀਦਾਰ। ਇਹ ਗੁਰੂ ਦੇ, ਹੁਣ ਇਹੀ ਤੇ ਭੱਟ ਸਾਹਿਬਾਨਾਂ ਨੇ ਕਿਹਾ, ਜਿਨ ਗੁਰੂ ਨਾ ਦੇਖਿਓ ਨਹਿ ਕੀਓ ਤੇ ਅਕਿਆਥ ਸੰਸਾਰ ਮੈਂ। ਬਈ ਸਭ ਤੋਂ ਵੱਡਾ ਬੋਝ ਇਸ ਧਰਤੀ ਤੇ ਕੀ ਹੈ? ਸੱਚ ਇਹ ਹੈ, ਜਿਹਨੇ ਗੁਰੂ ਦੇ ਸਿੱਖ ਕਹਾਉਂਦਾ ਹੈ। ਬਈ ਸਿੱਖ ਕਹਾਉਣ ਵਾਲਾ, ਕੱਲ ਵੀ ਸਿੰਘ ਸਾਹਿਬ ਨੇ ਕਮਾਲ ਕਿਹਾ, ਬਈ ਕੋਈ ਕਹੇ ਨਾ ਸਰਦਾਰ ਹਾਂ ਮੰਨ ਲਓ, ਪਰ ਜੇ ਕੋਈ ਕਹੇ ਸਿੱਖ ਹਾਂ, ਫਿਰ ਗੁਰੂ ਦਾ ਉਪਦੇਸ਼ ਵੱਡਾ ਹੈ। ਸਿੱਖ ਦੀ ਪਰਿਭਾਸ਼ਾ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਇਹ ਸਿੱਖ ਦੀ ਪਰਿਭਾਸ਼ਾ ਹੈ, ਇਹ ਜੀਵਨ ਰਾਹੋ ਰੀਤ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ, ਗੁਰੂ ਮਨ ਭਾਵੈ। ਇਹ ਹੈ ਪਰਿਭਾਸ਼ਾ ਸਿੱਖ ਦੀ। ਪਰ ਜਿਹਨੇ ਦੀਦਾਰ ਹੀ ਨਹੀਂ ਕੀਤੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਬਈ ਕੋਈ ਵਿਕਾਰਾਂ ਤੋਂ ਛਡਾਉਣ ਵਾਲਾ ਨਹੀਂ ਹੈ ਗੁਰੂ ਤੋਂ ਬਿਨਾ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ ਅਗਨ ਕਟੇ ਸਭ ਤੇਰੇ। ਗੁਰ ਨੈਣ ਬੈਣ, ਗੁਰ ਗੁਰ ਕਰ ਹੋ, ਅੱਖਾਂ ਵਿੱਚ ਗੁਰੂ ਨੂੰ ਟਿਕਾਓ। ਆਪਣੇ ਬਚਨਾਂ ਵਿੱਚ ਗੁਰੂ ਦੇ ਉਪਦੇਸ਼ ਨੂੰ ਵਸਾਓ। ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ। ਜਿਹਨੇ ਗੁਰੂ ਨਹੀਂ ਭੇਟਿਆ, ਜਿਨ ਕਉ ਗੁਰ ਸਤਿਗੁਰ ਨਹੀਂ ਭੇਟਿਆ, ਤੇ ਸਾਕਤ ਮੂੜ ਦੀਵਾਨੇ। ਮਹਾਰਾਜ ਜੀ ਕਹਿੰਦੇ ਉਹ ਤੇ ਮਾਇਆ ਦੇ ਦੀਵਾਨੇ ਨੇ, ਉਹ ਤੇ ਦੁਨੀਆ ਦੇ। ਵੈਸੇ ਗੁਰੂ ਨਾਨਕ ਸਾਹਿਬ ਜੀ ਨੇ ਰਾਮਕਲੀ ਦਖਣੀ ਓਂਕਾਰ 'ਚ ਇਹ ਬਚਨ ਕੀਤਾ ਹੈ, ਆਥ ਦੇਖ ਨਿਵੈ ਜਿਸ ਦੋਏ। ਕਹਿੰਦੇ ਬਾਹਰ ਦਾ ਪੈਸਾ ਬੰਦੇ ਕੋਲ ਆ ਜਾਏ, ਸੁੱਖ ਤੇ ਆਉਂਦਾ, ਪਰ ਜੇ ਉਸ ਪੈਸੇ ਦੇ ਨਾਲ ਰੱਬ ਦੀ ਬੰਦਗੀ ਤੇ ਗੁਰੂ ਦਾ ਭਾਉ ਨਾ ਹੋਏ ਨਾ, ਫਿਰ ਉਹੀ ਪੈਸਾ ਬੰਦੇ ਨੂੰ ਮੂਰਖ ਕਰੀ ਰੱਖਦਾ। ਕਹਿੰਦੇ ਕੀ? ਆਥ ਹੋਏ ਤਾਂ ਮੁਗਤ ਸਿਆਣਾ। ਕਿ ਚਾਰ ਪੈਸੇ ਦਮੜੇ ਜਿਹਦੇ ਕੋਲ ਹੋਣ ਨਾ, ਕਹਿੰਦੇ ਸਿਆਣਾ ਬੰਦਾ ਵੀ ਉਹਦੇ ਅੱਗੇ ਝੁਕਦਾ ਤੇ ਮੂਰਖ ਬੰਦਾ ਵੀ ਝੁਕਦਾ। ਆਤ ਦੇਖ ਨਿਵੈ ਜਿਸ ਦੋਏ। ਆਤ ਹੋਏ ਤਾਂ ਮੁਗਧ ਸਿਆਣਾ, ਮੂਰਖ ਵੀ ਸਿਆਣਾ ਹੋ ਜਾਂਦਾ ਸਮਾਜ 'ਚ। ਪਰ ਇਸੀ ਮਾਇਆ ਦਾ ਲਾਲਚ ਉਹਨੂੰ, ਇਹ ਮਾਇਆ ਦਾ ਭਰਮ ਇਹ ਅਹਿਸਾਸ ਨਹੀਂ ਕਰਾਉਣ ਦਿੰਦਾ ਕਿ ਬਈ ਮੂਰਖ ਤੇ ਮੈਂ ਹਾਂ, ਜੇ ਸਿਆਣਾ ਤੇ ਗੁਰੂ ਹੈ। ਉਹ ਤੇ ਗੁਰੂ ਨੂੰ ਵੀ ਆਪਣੇ ਤੋਂ ਨੀਵਾਂ ਸਮਝ ਕੇ ਤੇ ਆਪਣੇ ਆਪ ਨੂੰ ਫੰਨੇ ਖਾਂ ਸਮਝਦਾ ਹੈ। ਇਸ ਕਰਕੇ ਸਤਿਗੁਰ ਜੀ ਕਹਿੰਦੇ ਆਥ ਹੋਏ ਤਾਂ ਮੁਗਧ ਸਿਆਣਾ। ਮੂਰਖ ਵੀ ਆਪਣੇ ਆਪ ਨੂੰ ਸਿਆਣ, ਦੁਨੀਆ ਸਿਆਣਾ ਸਿਆਣਾ ਆਖਦੀ ਆ ਉਹਨੂੰ, ਪਰ ਭਗਤ ਬਿਹੂਨਾ ਨਾਨਕ ਬੌਰਾਨਾ। ਨਾਮ ਭਗਤੀ ਤੋਂ ਬਿਨਾ ਜੀਵਨ ਬੌਰਾ ਹੈ। ਸਾਕਤ ਮੂੜ ਦੀਵਾਨੇ ਆਖਿਆ ਸਤਿਗੁਰ ਜੀ ਨੇ। ਮਾਇਆ ਦੇ ਨਸ਼ੇ ਦੇ ਵਿੱਚ ਉਹ ਮੂੜੇ ਹੋਏ ਫਿਰਦੇ ਨੇ। ਤਿਨਕੇ ਕਰਮਹੀਨ ਧੁਰ ਪਾਏ, ਦੇਖ ਦੀਪਕ ਮੋਹ ਪਛਾਨੇ। ਕਹਿੰਦੇ ਉਹ ਕਰਮਹੀਨ ਨੇ, ਕਰਮਹੀਨ ਨੇ। ਤੇ ਕਦੀ ਅਸੀਂ ਕਰਮਹੀਨ ਲੋਕਾਂ ਨੇ ਬੇਨਤੀ ਕੀਤੀ ਹੈ, ਭਾਈ ਕਰਮਹੀਨ ਧਨ ਕਰ ਹੈ ਬੇਨੰਤੀ ਕਦ ਨਾਨਕ ਆਵਹਿ ਵਾਰੀ। ਸਭ ਸੁਹਾਗਣ ਮਾਣ ਹੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਤੇ ਸੜਦੇ ਕਿਵੇਂ ਨੇ? ਮਹਾਰਾਜ ਜੀ ਕਹਿੰਦੇ ਹਰ ਦੀਪਕ ਮੋਹ ਪਛਾਨੇ। ਜਿਵੇਂ ਇੱਕ ਪਰਵਾਣਾ, ਇੱਕ ਪਤੰਗਾ ਦੀਵੇ ਦੀ ਲੋ ਤੇ ਜਾ ਕੇ ਸੜਦਾ ਹੈ ਨਾ, ਇਵੇਂ ਅਸੀਂ ਮਾਇਆ ਦੇ ਮੋਹ ਦੇ ਵਿੱਚ ਸੜਦੇ ਹਾਂ।
सड़ जाते हैं। परवाने की मंजिल से बहुत दूर है जुगनू, क्यों आतशे बेसोच से मगनूर है जुगनू। जुगनू ते पतंगे की आपसी गलबात हो रही है, तो पतंगा कहता वे जगनू तेरे कोल रोशनी तो है, पर तेरी रोशनी का की फायदा, तेरी रोशनी दे विच सेक नहीं है, जिहड़ा सेक मैनू दीपक तो मिलता है। तो अगों जुगनू पता की कहता, कहता रब का शुक्र है मेरे कोल मेरी रोशनी है, भावें जिहो जी है। कहते क्यों? कहते मैं अपनी रोशनी विच खुश हाँ, तेरी तरह तो नहीं दूजियां दी अग ते जाके सड़ना। कि अल्लाह का शुक्र है परवाना नहीं मैं, दरिया खुदा आतशे बैगाना नहीं मैं। यही गल है, सानू ये दुख नहीं असी दुखी हाँ, सानू ये दुख है वो क्यों सुखी है। इस अग दे विच असी सड़े फिरदे हैं भाई, वो इत्थे क्यों पहुंचा होया है, वो उत्थे क्यों है, वो उत्थे किवें है। इस अग दे विच सतगुरु जी कहंदे सड़े फिरदे हैं असी, ये माया दी अग साड़दी है। जिनको तुम दया कर मिलो हो ते हर हर सेव लगाने, जिहदे उत्ते सतगुरु गुरु रामदास जी कहंदे कि आदि गुरु गुरु नानक साहब जी ने दया कर दी ना, पार ब्रह्म परमेश्वर ने दया कर दी, वो प्रभु की सेवा विच लग जाते हैं, वो अपनी आहंग नूं त्याग देंदे ने, वो गुरु दे कोल आउंदे ने, झुकदे ने ते आखदे ने सतगुरु जी मेरी बेनती सुनो, मैं बहुत बहुत हम रुलते फिरते कोई बात ना पूछता, गुर सतगुर संग कीरे हम थापे। फिर सतगुरु उन्होंने नाम की दात देंदे ने, जन नानक हर 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 जप प्रगटे, मत गुरमत नाम समाने। बस फिर धन गुरु रामदास महाराज जी कहते उन्होंने हर 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 ये जाप गुरु दे देंदा, जपी जा, हर एक विच वो है। उठत सुखिया बैठत सुखिया, भाओ नहीं लागै जान ऐसे बुझिया। बस जिन्हें ये चेता कर लिया गुरु कोल आके, उन्होंने पता है राखा एक हमारा स्वामी, सगल घटा का अंतरजामी, सोए अचिंता जाग अचिंता, सदा ही नाम। फिर महाराज जी कहते हैं मत गुरमत नाम समाने, अपनी मत नूं त्याग के गुरु की मत लेंदे है। फिर गुरु की मत उन्हां दे अंदर उन्हां दे मन विच नाम नूं समा देंदी है। फिर जिहड़ा नाम विच मन समा गया ना, फिर नानक सतगुर मिल रहा है, फिर विछोड़ा कदे ना होए, फिर वो विछड़दे नहीं। इत्थे शब्द की समाप्ति है। सतगुरु गुरु रामदास महाराज जी का ये शब्द गुरु हरकृष्ण साहब जी ने बख्शिश की, शुकराना है सतगुरु सच्चे पातशाह जी का। गुरु ग्रंथ साहब जी का धन्नवाद, आप संगतां दा धन्नवाद, प्रबंधक जनां दा धन्नवाद, कमेटी का सिंह साहब ज्ञानी रंजीत सिंह जी का धन्नवाद। सारे गज के फतेह बुलाओ, भुलां चुकां दी खिमा आखो जी। वाहिगुरू जी का खालसा, वाहिगुरू जी की फतेह।